ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब थोड़ा निੱਘਾ स्वागत है प्रोग्राम सचो सच ਵਿੱਚ। बहुत शुक्रिया जी डॉक्टर साहब ਅੱਜ 19 जनवरी 2018 7 ਮਾਘ ਨਾਨਕਸ਼ਾਹੀ ਸੰਮਤ 549 ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, फेसबुक, ग्लोबल सिपिंग दी ऐप राही, TV 84 दी ऐप राही, ऑनलाइन स्ट्रीमिंग एंड IP बॉक्स ते तुसी TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਦੇਖੋ, ਅੱਜ ਸ਼ੁੱਕਰਵਾਰ ਦਾ ਦਿਨ ਹੈ ਔਰ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਜੀ। ਸ਼ੁੱਕਰਵਾਰ ਦੇ ਪ੍ਰੋਗਰਾਮਾਂ 'ਚ ਅਸੀਂ ਮੁੱਖ ਤੌਰ 'ਤੇ ਕੋਈ ਨਾ ਕੋਈ ਰਾਈਟ ਅਪ ਲਿਖਤ ਜਾਂ ਕੋਈ ਹਿਊਮਨ ਇੰਟਰਸਟ ਸਟੋਰੀ ਜਿਹੜੀ ਮਨੁੱਖੀ ਦਿਲਚਸਪੀ ਦਾ ਵਾਇਸ ਹੋਏ, ਕੋਈ ਅਚੀਵਮੈਂਟ ਇਸ ਕਿਸਮ ਦੀ, ਇਸ ਦੇ ਉੱਤੇ ਧਿਆਨ ਦਿੰਦੇ ਹਾਂ ਖਬਰਾਂ ਨਾਲੋਂ ਜ਼ਿਆਦਾ। ਔਰ ਅੱਜ ਵੀ ਅਸੀਂ ਤੀਸਰੇ ਸੈਗਮੈਂਟ ਲਈ ਇੱਕ ਹਿਊਮਨ ਇੰਟਰਸਟ ਸਟੋਰੀ ਕਿ ਕਿਵੇਂ ਇੱਕ ਸਿੱਖ ਨੌਜਵਾਨ IIT ਸੈਕਟਰ ਦੇ ਨੇ ਲੱਦਾਖ 'ਚ ਜਾ ਕੇ ਲੱਖਾਂ ਘਰਾਂ ਦੇ ਵਿੱਚ ਬਿਜਲੀ ਦੇ ਬਲਬ ਜਗਾ ਕੇ ਉਹਨਾਂ ਦੇ ਦਿਲ ਰੋਸ਼ਨਾਏ ਨੇ। ਦੁਨੀਆ ਤਾਂ ਰੋਸ਼ਨਾਈ ਹੈ, ਬਾਹਰ ਤਾਂ ਰੋਸ਼ਨੀ ਹੋਈ ਹੈ ਔਰ ਉਹ ਇੱਕ ਦਿਲਚਸਪ ਕਹਾਣੀ ਹੈ BBC ਦੀ ਪੰਜਾਬੀ ਸਰਵਿਸ ਦੀ, ਅਸੀਂ ਸ਼ੇਅਰ ਵੀ ਕਰਾਂਗੇ। ਅਸੀਂ ਇਹ ਵੀ ਦੱਸ ਦਈਏ ਕਿ ਬੀਤੇ ਐਤਵਾਰ ਜਦੋਂ ਕਿ ਮਾਘੀ ਦਾ ਦਿਨ 40 ਮੁਕਤਿਆਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਮਨਾਇਆ ਗਿਆ, ਉਸ ਨੂੰ ਸਾਡੀ ਟੀਮ ਨੇ ਕੈਮਰਾ ਬੰਦ ਕੀਤਾ ਔਰ ਕੱਲ੍ਹ ਸ਼ਾਮ ਨੂੰ 8 ਤੋਂ 10:30 ਵਜੇ ਤੱਕ 2.5 ਘੰਟੇ ਦਾ ਪ੍ਰੋਗਰਾਮ, ਜਿਸ ਦੇ ਵਿੱਚ ਮੈਲੋਡੀਅਸ ਕੀਰਤਨ, ਕਥਾ ਔਰ ਪੰਥਕ ਵਿਚਾਰਾਂ ਨੇ, ਉਸ ਨੂੰ ਦਰਸ਼ਕ ਦੇਖ ਸਕਣਗੇ 8 ਤੋਂ 10:30 ਜੀ। ਕੱਲ੍ਹ ਜਿਹੜਾ ਸੈਗਮੈਂਟ ਅਸੀਂ ਨੇਤਨਯਾਹੂ ਦੀ ਗੁਜਰਾਤ ਫੇਰੀ ਔਰ ਕਿਵੇਂ ਮੇਡ ਇਨ ਹੈਵਨ ਦੋਨੋਂ ਮੋਦੀ ਤੇ ਨੇਤਨਯਾਹੂ ਬਣੇ ਨੇ ਔਰ ਉਹ ਸਾਰੇ ਨੂੰ ਆਧਾਰ ਬਣਾ ਕੇ ਅਸੀਂ ਟਾਈਮਜ਼ ਆਫ ਇੰਡੀਆ ਦੀ ਸਟੋਰੀ ਜਿਹਦੇ ਥੱਲੇ ਸੀ ਕਿ ਕਿਵੇਂ ਗੁਜਰਾਤ ਦੀ 10ਵੀਂ ਜਮਾਤ ਦੀਆਂ ਟੈਕਸਟ ਬੁੱਕਸ ਹਿਟਲਰ ਨੂੰ ਸੁਪਰ ਹੀਰੋ ਬਣਾਇਆ ਹੋਇਆ, ਨਾਜ਼ੀਆਂ ਔਰ ਮੁਸੋਲਿਨੀ ਦੀ ਤਾਰੀਫ ਹੈ ਜੀ, ਉਸ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ ਸਾਡੇ ਦਰਸ਼ਕਾਂ ਵੱਲੋਂ। 20,000 ਤੋਂ ਜ਼ਿਆਦਾ ਉਸ ਦੇ ਵਿਊਜ਼ ਨੇ, 218 ਸ਼ੇਅਰ ਨੇ ਔਰ 92 ਕਾਮੈਂਟ ਨੇ। ਓਪਨਿੰਗ ਸੈਗਮੈਂਟ 'ਚ ਇਹ ਆਰਟੀਕਲ ਬੇਸ਼ੱਕ ਕੁਛ ਦਿਨ ਪਹਿਲਾਂ ਦਾ 14 ਤਾਰੀਖ ਦਾ ਸਾਡੇ ਕੋਲ ਆਇਆ ਸੀ, ਲੇਕਿਨ ਮੈਂ ਸ਼ੁੱਕਰਵਾਰ ਦੇ ਇੰਤਜ਼ਾਰ ਕਰ ਰਿਹਾ ਸੀ ਔਰ ਇਹ ਜਦੋਂ ਅਸੀਂ ਆਪਣੀ ਸਿਚੁਏਸ਼ਨ ਨੂੰ ਜਾਂ ਡਾਇਸਪੋਰਾ ਸਿੱਖਾਂ ਦੀ ਪਾਵਰ ਨੂੰ ਖੁਦ ਐਨਾਲਾਈਜ਼ ਕਰਦੇ ਹਾਂ ਜਾਂ ਕਹਿੰਦੇ ਹਾਂ, ਉਹ ਸਾਡਾ ਜਿਹੜਾ ਹੈ ਉਹ ਪਰਸਪੈਕਟਿਵ ਹੁੰਦਾ ਹੈ। ਪਰ ਜਿਹੜੇ ਲੋਕ ਬੇਸ਼ੱਕ ਉਹ ਕੋਈ ਖਾਲਿਸਤਾਨ ਦੇ ਹਾਮੀ, ਹਮਾਇਤੀ ਜਾਂ ਹਮਦਰਦ ਨਹੀਂ ਨੇ ਜੀ, ਲੇਕਿਨ ਉਹ ਡਿਸਟੈਂਸ ਤੋਂ ਦੇਖਦੇ ਨੇ ਕਿ ਕਿਵੇਂ ਡਾਇਸਪੋਰਾ ਸਿੱਖ ਇੱਕ ਪਾਵਰ ਬਣ ਕੇ ਉੱਭਰ ਰਹੇ ਨੇ ਔਰ ਕਿਵੇਂ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਉਹਨਾਂ ਦੇ ਕਹਿਣ ਮੁਤਾਬਕ ਰੀਇਗਨਾਈਟ ਹੋ ਰਹੀ ਹੈ। ਤੇ ਇਹ ਗੱਲ ਨੂੰ ਹੋਰ ਵੀ ਬਲ ਮਿਲਦਾ ਹੈ ਕਿ ਕਿਵੇਂ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਹੁਣ ਸਿੱਧੇ ਡਾਇਸਪੋਰਾ ਸਿੱਖਾਂ ਨੂੰ ਟਾਰਗੇਟ ਕੀਤਾ, ਉਹ ਕਿਵੇਂ ਮਿਸ ਇਨਫੋਰਮੇਸ਼ਨ ਕੈਂਪੇਨ ਚੱਲ ਰਹੀ ਹੈ, ਕਿਵੇਂ ਬਿਆਨਬਾਜ਼ੀਆਂ ਮੁਕਰਾਣ ਦੀਆਂ ਗੁਰਦੁਆਰਿਆਂ ਦੇ ਕੁਝ ਜਿਹੜੇ ਡਾਇਰੈਕਟਰ ਨਹੀਂ ਵੀ ਨੇ ਉਹਨਾਂ ਨੂੰ ਵੀ ਕਹਿ ਰਹੇ ਨੇ ਜੀ ਇਹ ਗੁਰਦੁਆਰਿਆਂ ਦੇ ਡਾਇਰੈਕਟਰ ਹੈ, ਉਹਨੇ ਕਿਹਾ ਜੀ ਸਾਡਾ ਬੈਨ ਨਾਲ ਸੰਬੰਧ ਨਹੀਂ। ਔਰ ਜਿਵੇਂ TV 84 ਨੂੰ ਬਦਨਾਮ ਕਰਨ ਦੇ ਲਈ ਜਿਸ ਕਿਸਮ ਦੀ ਕਹਾਣੀ ਏਜੰਸੀਆਂ ਨੇ ਪਲਾਂਟ ਕੀਤੀ, ਸੋ ਇਸ ਸਾਰੇ ਦੇ ਬਾਵਜੂਦ ਗੱਲ ਅੱਗੇ ਨੂੰ ਜਾ ਰਹੀ ਹੈ। ਔਰ ਇਸ ਲੇਖ 'ਚ ਜਿਹੜਾ ਕਿ ਸਵੀਡਨ ਮੁਲਕ ਦੀ ਇੱਕ ਅੱਛੀ ਪਬਲੀਕੇਸ਼ਨਸ ਦੇ ਵਿੱਚ ਛਪਿਆ, ਇਸ ਦੇ ਲੇਖਕ ਪ੍ਰੋਫੈਸਰ ਅਸ਼ੋਕ ਸਵੈਨ ਨੇ ਜੀ ਔਰ ਉਹਨਾਂ ਨੇ ਇਸ ਡਾਇਸਪੋਰਾ ਦੀ ਗੱਲ ਕੀਤੀ ਹੈ ਕਿ ਕਿਵੇਂ ਰੀਇਗਨਾਈਟ ਹੋਈ ਹੈ। ਮੈਂ ਸਾਰਾ ਤਾਂ ਨਹੀਂ ਪੜ੍ਹ ਸਕਾਂਗਾ ਕਿਉਂਕਿ ਲੰਬਾ ਆਰਟੀਕਲ ਹੈ, ਵਿੱਚੋਂ ਮੈਂ ਸਕਿਪ ਵੀ ਕਰਾਂਗਾ ਜੀ, ਪਰ ਇਹ ਇੱਕ ਦਿਲਚਸਪ ਗੱਲ ਹੈ ਕਿ ਜਿਹੜਾ ਨੌਨ ਸਿੱਖ ਔਰ ਨੌਨ ਸਪੋਰਟਰ ਤੋਂ ਆਣਾ ਔਰ ਇਹਦੀ ਹੈਡਲਾਈਨ ਹੀ ਇਹ ਹੈ, ਹੈਵ ਹਿੰਦੂਤਵਾ ਫੋਰਸਿਸ ਇਨ ਇੰਡੀਆ
ਰੀਇਗਨਾਈਟਡ ਦਾ ਖਾਲਿਸਤਾਨ ਮੂਵਮੈਂਟ ਓਵਰਸੀਜ਼ ਸਵਾਲੀਆ ਨਿਸ਼ਾਨ ਕਿ ਭਾਰਤ ਜਿਹੜੀ ਹਿੰਦੂਤਵਾ ਦੀ ਲਹਿਰ ਚੱਲ ਰਹੀ ਹੈ ਕੀ ਇਹਨੇ ਖਾਲਿਸਤਾਨ ਦੀ ਲਹਿਰ ਨੂੰ ਦੁਬਾਰਾ ਜਿਹੜਾ ਉਹ ਖੜਾ ਕਰ ਦਿੱਤਾ ਹੈ। ਕਿਉਂਕਿ ਇਹ ਵੀ ਪੁੱਛਿਆ ਜਾ ਰਿਹਾ ਜੀ ਬੈਨ ਹੁਣ ਕਿਉਂ ਲੱਗਾ, ਔਰ ਮੈਂ ਕਿਹਾ ਜੀ ਵੈਸੇ ਤਾਂ ਬੈਨ ਲੱਗਾ ਹੀ ਸੀ 84 ਤੋਂ ਬਾਅਦ, ਕੌਣ ਵੜ ਸਕਦਾ ਸੀ, ਜਿਹੜਾ ਕਿਹੜਾ ਵੜਿਆ, ਪਰ ਇਹ 2014 ਤੋਂ ਬਾਅਦ ਜਿਹੜੀ ਇਹਨਾਂ ਦੀ ਘੁਸਪੈਠ ਦੀ ਸਿੱਖਾਂ 'ਚ ਕੋਸ਼ਿਸ਼ ਰਾਸ਼ਟਰੀ ਸਿੱਖ ਸੰਗਤ ਰਾਹੀਂ ਬਾਹਰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਨਾਂ ਥੱਲੇ, ਖਾਲਸਾ ਸਾਜਨਾ ਦਿਵਸ ਮਨਾਉਣ ਦੇ ਨਾਂ ਥੱਲੇ, ਔਰ ਮੋਦੀ ਨੇ ਜਿਸ ਜ਼ਬਰਦਸਤੀ ਨਾਲ ਜਦੋਂ ਕੈਨੇਡਾ ਆਇਆ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਗੁਰਦੁਆਰੇ ਜਾਣ ਲਈ ਗੁਰਦੁਆਰਿਆਂ ਨੂੰ ਸੰਗਤਾਂ ਲਈ ਬੰਦ ਕਰਵਾ ਦਿੱਤਾ 12 ਘੰਟੇ ਪਹਿਲਾਂ, ਇਹਦੇ ਬਾਵਜੂਦ ਇੱਕ ਸਿੱਖ ਨੌਜਵਾਨ ਨੇ ਗ੍ਰਿਫਤਾਰੀ ਦਿੱਤੀ ਕਿ ਵੀ ਇਹ ਔਰ ਆਪਣੇ ਚਮਚੇ ਨਾਲ ਲੈ ਕੇ ਉਸ ਕਿਸਮ ਦੇ ਜਿਹੜਾ ਉਹ ਡਰਾਮੇ ਜੇ ਕਰਨੇ। ਸੋ ਇਸ ਦੀ ਸ਼ੁਰੂਆਤ ਹੀ ਆਰਟੀਕਲ ਦੀ ਇਸ ਦੇ ਨਾਲ ਹੁੰਦੀ ਹੈ ਕਿ ਇੰਡੀਅਨ ਐਮਬੈਸੀ ਆਫੀਸ਼ੀਅਲਸ ਇਨ ਨਾਰਥ ਅਮਰੀਕਾ ਐਂਡ ਯੂਰਪ have been banned by Sikh religious organizations from visiting gurdwaras of late. The move aimed at resisting Indian officials' interference in Sikh affairs first started on the east coast of Canada and has now spread to the US and UK. Not only Indian government officials, even RSS members have been asked not to enter gurdwaras. This development is an ominous sign for Delhi. ਉੱਪਰ ਉਹਨਾਂ ਨੇ ਕਿਹਾ ਪਾਬੰਦੀ ਦੀ ਗੱਲ ਲਾ ਦਿੱਤੀ ਹੈ ਇੰਡੀਅਨ ਅਫੀਸ਼ੀਅਲਸ ਵੀ RSS ਵੀ, ਉਹਨੇ ਕਿਹਾ ਵੀ ਇਹ ਸਿਰਫ ਮਾੜਾ ਸ਼ਗਨ ਹੀ ਨਹੀਂ ਹੈ, this development is an ominous sign for Delhi. ਉਹਨਾਂ ਦੇ ਲਈ ਇਹ ਮਾੜਾ ਸ਼ਗਨ ਹੈ as it clearly indicates that the Sikh diaspora is coming together on an anti-India platform and is preparing to go back to its open support for an independent state for Khalistan. ਮੈਸੇਜ ਇਹ ਹੈ ਜਿਹੜਾ ਬਿਲਕੁਲ ਇਹਨੇ ਠੀਕ ਸਮਝਿਆ ਕਿ ਵੀ ਇਹ ਸਿੱਖ ਡਾਇਸਪੋਰਾ ਹੁਣ ਇਕੱਠਾ ਹੋ ਗਿਆ ਔਰ ਇੰਡੀਅਨ ਸਟੇਟ ਨੂੰ ਉਹਨਾਂ ਨੇ ਮੈਸੇਜ ਦੇ ਦਿੱਤਾ ਕਿ ਅਸੀਂ ਹੁਣ ਖਾਲਿਸਤਾਨ ਦੀ ਓਪਨ ਸਪੋਰਟ ਦੇ ਉੱਤੇ, ਜਿਹੜਾ ਕਿ ਬਿਲਕੁਲ ਰਾਈਟ ਕਨਕਲੂਜਨ ਹੈ ਜੀ। Though Sikh militancy demanding Khalistan has somewhat disappeared from India in the mid-1990s, it is still continues to exist and simmer among the Sikh diaspora. After Hindutva forces came to power in India, militancy got a fertile ground to re-emerge. More than ਇਹ ਹੁਣ ਇਹਦੇ ਜਿਹੜੀ ਇੱਕ ਫਿਗਰ ਹੈ ਮੈਨੂੰ ਵੈਸੇ ਹੈਰਾਨੀ ਵੀ ਹੋਈ ਤੇ ਹੋ ਸਕਦਾ ਹੈ ਅਸੀਂ ਵੀ ਫਿਗਰ ਵਧਾ ਦਈਏ ਜੀ। ਉਹ ਹੁਣ ਇਹ ਕਹਿ ਰਿਹਾ ਕਿ ਵੀ 1990 ਦੇ ਵਿੱਚ ਜਿਹੜਾ ਜ਼ੋਰ ਸੀ ਪਰ ਫਿਰ ਹੁਣ ਦੁਬਾਰਾ ਇਹਦੇ 'ਚ ਕੋਈ ਮਿਲੀਟੈਂਸੀ ਦੀ ਗੱਲ ਨਹੀਂ ਹੈ। ਉਹ ਜਦੋਂ ਤੱਕ ਇਹਨਾਂ ਦੀ ਕਹਾਣੀ ਨਾ ਕਹਿਣ ਫਿਰ ਉਹ ਦਿਲਚਸਪੀ ਨਹੀਂ ਬਣਦੀ। ਬਟ ਜਿਹੜੀ ਫਿਗਰ ਦਿੱਤੀ ਹੈ ਇਹਨੇ more than 8 million Sikhs out of total population of 30 million live outside India. As the Sikh diaspora constitutes about 20% of total Sikh population, it has significant influence over the community's politics back home. कि 8 मिलियन 80 लाख सिख बाहर हैं, मैं लगता थोड़ी जी एग्जैजरेटेड है तो 25% पॉपुलेशन, बट ये इन्हें मन लिया कि भी जी बाहर सिख डायस्पोरा है इसका पंजाब की पॉलिटिक्स के उत्ते बड़ा डूंगा असर है। और दर्शक पिक्चर्स भी देख रहे होंगे क्योंकि इस आर्टिकल का हिस्सा ने पिक्चर्स। पहला मोदी है कि वो किवें अपने चमचियां दे नाल बैठे और फिर प्राइम मिनिस्टर जस्टिन ट्रूडो दी कि जदों के वो पूरा गुरुद्वारे दे विच पूरे चौंकड़ी मार के अदब दे नाल बैठे। फिर उन्हें जिहड़ी सिख मिलीटेंसी की गल करन तो पहला सिख नैशनलिज्म की 1990s की गल कीती कि जी सिख नैशनलिज्म जिहड़ा है ब्रिटिश इंडिया दे विच आया जिहड़ी है पाकिस्तान की डिमांड, ये गल ठीक नहीं है क्योंकि सिख नैशनलिज्म तो 1849 तक सिखां दा राज सी, कोई ब्रिटिश पीरीयड ने नहीं दिता। सिख तो जम्मिया ही अपने कौम के तौर पर है। सो साडा नैशनलिज्म बाई बर्थ है, सिख बादशाह जां बागी। हाँ असी 47 के दौर साडी लीडरशिप जरूर जिहड़ी है उन्हें अहमकाना रवैया रखिया और किसी पासे भी कोई गल ना निबेड़ के हिंदुआं दे जिहड़ी है बहु गिणती हिंदुआं दी गुलामी च आके फसे। पर उहदा ये कहना है कि 1960 UK US कैनेडा च ये फिर अगले गल उभरी होर भी 1978 च वायलेंस हुई, 1993 तक जारी रही। फिर उन्हें कहा जी कि सिख जिहड़ा डायस्पोरा है उन्हें पंजाब च इंसरजेंसी नूं बड़ी जिहड़ी है क्रिटिकल सपोर्ट दित्ती, फिर विच पाकिस्तान फैक्टर भी लै आंदा है। और फिर इन्हें कहा कि भी जिवें ऑपरेशन ब्लू स्टार और फ्लैश आउट मिलीटेंट्स दीआं जिहड़ियां घटनावां सी और इंदिरा गांधी के मारे जाने तो बाद सिखां दी दे खिलाफ हिंसा इन्हें बाहरले सिखां नूं बहुत जिहड़ा है वो उत्साहित कीता अपने नेशनहुड दे लई।
ਔਰ ਉਹਨਾਂ ਨੇ ਬਾਹਰ ਜਿਹੜੀ ਹੈ ਇੰਟਰਨੈਸ਼ਨਲ ਮੀਡੀਆ ਤੱਕ ਉਹਨਾਂ ਨੇ ਪਹੁੰਚ ਕਰਕੇ ਪੂਰੀ ਉਹਨਾਂ ਨੇ ਮੂਵਮੈਂਟ ਖੜੀ ਕੀਤੀ ਜੀ। ਭਾਰਤ ਨੇ ਜਿਹੜਾ ਉਹ ਵਾਈਲ ਇੰਡੀਆ ਯੂਜ਼ ਸਟਰੋਂਗ ਆਰਮ ਟੈਕਟਿਕਸ ਟੂ ਮਜ਼ਲ ਦਾ ਸੈਪਰੇਟਿਸਟ ਮੂਵਮੈਂਟ, ਪੰਜਾਬ 'ਚ ਉਹਨਾਂ ਨੇ ਜਿਹੜਾ ਉਹ ਸਟੇਟ ਦੇ ਜ਼ਬਰ ਨਾਲ ਇਸ ਲਹਿਰ ਨੂੰ ਖਤਮ ਕੀਤਾ ਔਰ ਸਾਈਮਲਟੇਨੀਅਸਲੀ ਪਰਸਿਊਡ ਇਲੈਕਟਰਲ ਪੋਲਿਟਿਕਸ ਲਿਆ ਕੇ ਉਹਨੇ, ਕਹਿਣ ਦਾ ਮਤਲਬ ਹੈ ਵੀ ਇਹ ਬਾਦਲ ਔਰ ਅਮਰਿੰਦਰ ਵਰਗੇ ਲਿਆ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਆਪਣਾ ਹੱਥ ਉੱਪਰ ਕੀਤਾ। ਫਿਰ ਪਰ ਉਹਨਾਂ ਨੇ ਕਿਹਾ ਦੇਰ ਆਰ ਅ ਨੰਬਰ ਆਫ ਗੁਰਦੁਆਰਾਸ ਇਨ ਯੂਰਪ ਐਂਡ ਨਾਰਥ ਅਮਰੀਕਾ ਵਿਚ ਕੰਟੀਨਿਊ ਟੂ ਸਪੋਰਟ ਐਂਡ ਪ੍ਰੋਪੇਗੇਟ ਸੈਪਰੇਟਿਸਟ ਆਈਡੀਓਲੋਜੀ by highlighting the issues of injustice and human rights abuses by India in 1980s and 90s at various public and private forums and collect funds and funnel them into a variety of sympathetic organizations in Punjab. There are a number of Europe or America, the North America ਜਿਹੜੇ ਗੁਰਦੁਆਰੇ ਨੇ ਔਰ ਸਿੱਖ ਨੇ ਉਹ ਅੱਜ ਵੀ ਉਹਦੀ ਹਮਾਇਤ ਤੇ ਖੜੇ ਨੇ ਔਰ ਉਹ ਹਰ ਤਰ੍ਹਾਂ ਦੀ ਮਦਦ ਵੀ ਕਰਦੇ ਨੇ। Besides fundraising, many of these gurdwaras display photos of militants killed in Punjab conflict and observe remembrance days such as Operation Blue Star, post Indira Gandhi assassination, Sikh massacres to keep the memory of the struggle alive. ਇਹ ਠੀਕ ਹੈ। ਔਰ ਫਿਰ ਇੱਕ ਪਿਕਚਰ ਜਿਹੜੀ ਜਦੋਂ ਇਹ ਆਰਟੀਕਲ ਲਿਖਿਆ ਮਿਸਟਰ ਅਸ਼ੋਕ ਨੇ, ਉਦੋਂ ਬੀਬੀ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਹੀ ਸੀ ਔਰ ਉਹ ਦੱਸਣਾ ਚਾਹੁੰਦਾ ਸੀ ਵੀ ਨਵੰਬਰ 84 ਨੂੰ ਜੈਨੋਸਾਈਡ ਐਲਾਨਣ ਵਾਲਾ ਜਿਹੜਾ ਹੈ ਉਹ ਰੈਜ਼ੋਲੂਸ਼ਨ ਉਹਨੇ ਲਿਆਂਦਾ। ਪਰ ਹੁਣ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਜਿਹੜੀ ਬੀਬੀ ਹਰਿੰਦਰ ਕੌਰ ਮੱਲੀ ਹੈ ਉਸ ਵੇਲੇ ਮਿਨਿਸਟਰ ਹੈ ਓਨਟਾਰੀਓ ਕੈਬਨਿਟ ਦੇ ਵਿੱਚ। ਸੋ ਫਿਰ ਉਹਨੇ ਕਿਹਾ ਜੀ ਪਰ ਕੁਛ ਜਿਹੜੀਆਂ ਨੇ ਡਿਵੀਜ਼ਨ ਵੀ ਸੀ ਔਰ ਜਦੋਂ ਮਨਮੋਹਨ ਸਿੰਘ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਉਸ ਤੋਂ ਬਾਅਦ ਸਿੱਖਾਂ ਨੂੰ ਬਿਗ ਬਲੋ ਜਿਹੜੀ ਮਿਲੀਟੈਂਸੀ ਨੂੰ ਲੱਗਾ। ਫਿਰ 9/11 ਅਟੈਕਸ ਦੀ ਗੱਲ ਹੈ ਪਰ ਕਨਕਲੂਜਨ 'ਚ ਨੇ ਕਿਹਾ ਬਟ ਰੀਸੈਂਟ ਡਿਵੈਲਪਮੈਂਟ ਸ਼ੋ ਦ ਸੈਪਰੇਟਿਸਟ ਆਰ ਵਾਂਸ ਅਗੇਨ ਪੁਸ਼ਿੰਗ ਦਾ ਏਜੰਡਾ ਫॉर ਸੈਲਫ ਡਿਟਰਮੀਨੇਸ਼ਨ ਕਿ ਵੀ ਸਿੱਖ ਹੁਣ ਜਿਹੜਾ ਜੋ ਚੱਲਿਆ ਇਹ ਦੱਸ ਰਿਹਾ ਵੀ ਵਾਪਸ ਸਿੱਖ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦੇ ਹੱਕ ਦੇ ਏਜੰਡੇ ਦੇ ਉੱਤੇ ਆ ਗਏ ਨੇ ਔਰ ਦੇ ਆਰ ਇਨਕਰੀਜ਼ਿੰਗਲੀ ਐਪਰੀਹੈਂਸਿਵ ਆਫ ਦ ਗਰੋਇੰਗ ਪਾਵਰ ਆਫ ਹਿੰਦੂ ਨੈਸ਼ਨਲਿਸਟ ਫੋਰਸਿਸ ਇਨ ਦਾ ਕੰਟਰੀ ਕਿ ਜਿਹੜਾ ਹਿੰਦੂਤਵਾਦੀਆਂ ਫੋਰਸਿਸ ਨੇ ਉਸ ਦਾ ਇਹ ਰਿਐਕਸ਼ਨ ਹੈ ਕਿ ਸਿੱਖ ਹੋਰ ਵੀ ਮਜ਼ਬੂਤੀ ਨਾਲ ਇਹਦੇ ਤੇ ਆਏ ਨੇ। ਦਿਸ ਹੈਜ਼ ਗਿਵਨ ਨਿਊ ਹੋਪ ਟੂ ਦ ਡਿਮਾਂਡ ਫॉर ਖਾਲਿਸਤਾਨ internet radio stations and social media outlets catering to the Sikh diaspora are openly claiming the resurgence of the Khalistan movement. ठीक है social media ने बड़ा हेल्प किया है यंगर जनरेशन ਨੂੰ ਦੱਸਣ ਲਈ ਵੀ ਸਾਡੇ ਨਾਲ ਹੋਇਆ ਕੀ ਕਿਉਂਕਿ ਮੇਨ ਸਟ੍ਰੀਮ ਮੀਡੀਆ ਹਿੰਦੂਤਵੀਆਂ ਦਾ ਪ੍ਰੋਪੇਗੈਂਡਾ ਸੀ, ਬਾਹਰਲੇ ਮੀਡੀਆ ਦਾ ਕੋਈ ਇੰਟਰਸਟ ਨਹੀਂ ਸੀ। ਸੋ ਪਹਿਲੀ ਵਾਰ ਹੈ ਕਿ ਯੰਗਰ ਜਨਰੇਸ਼ਨ ਤੱਕ ਇਹ ਜਾਣਕਾਰੀ ਪਹੁੰਚੀ ਹੈ। ਫਿਰ ਇਹਨੇ ਕਿਹਾ ਜੀ ਵਿਦ ਨਰਿੰਦਰ ਮੋਦੀ ਬਿਕਮਿੰਗ ਪ੍ਰਾਈਮ ਮਿਨਿਸਟਰ ਦਾ ਡਾਇਸਪੋਰਾ ਕੰਪਰਾਈਜ਼ਿੰਗ ਹਿੰਦੂਜ਼ ਹੈਜ਼ ਬਿਕਮ ਮੋਰ ਵੋਕਲ ਅਬਾਊਟ ਇਟਸ ਬੈਕਿੰਗ ਫॉर ਅ ਹਿੰਦੂਤਵਾ ਆਈਡੀਓਲੋਜੀ। ਹੁਣ ਇਹ ਹੈ ਵੀ ਐਕਸ਼ਨ ਰਿਐਕਸ਼ਨ ਕੀ ਹੈ ਕਿ ਮੋਦੀ ਦੇ ਆਉਣ ਨਾਲ ਹਿੰਦੂਤਵਾ ਫੋਰਸਿਸ ਜਿਹੜੀਆਂ ਨੇ ਉਹ ਬਹੁਤ ਸਟਰੋਂਗ ਹੋਈਆਂ ਔਰ ਉਹ ਬੜੀ ਮਜ਼ਬੂਤੀ ਨਾਲ ਆਪਣੀ ਵਿਚਾਰਧਾਰਾ ਨੂੰ ਪ੍ਰਚਾਰ ਇਨ ਦਾ ਵੈਸਟ ਹਿੰਦੂ ਰਿਵਾਈਵਲਿਜ਼ਮ ਅਮੰਗ ਦਾ ਡਾਇਸਪੋਰਾ has been gathering strength since the Ayodhya movement but has now assumed a powerful political shape. ਕਿ ਅਯੁੱਧਿਆ ਤੋਂ ਬਾਅਦ ਬਾਹਰ ਮਾੜਾ ਮੋਟਾ ਖੜਾ ਹੋਇਆ ਸੀ ਹਿੰਦੂ ਡਾਇਸਪੋਰਾ ਪਰ ਹੁਣ ਉਹ ਬੜੀ ਇੱਕ ਮਜ਼ਬੂਤ ਸ਼ਕਤੀ ਦੇ ਤੌਰ ਤੇ ਉੱਭਰ ਰਹੇ ਨੇ। This has made Indian from other communities living abroad insecure ਕਿ ਵੀ ਇਹਦੇ ਨਾਲ ਜਿਹੜੀਆਂ ਬਾਕੀ ਕਮਿਊਨਿਟੀਜ਼ ਨੇ ਉਹ ਇਨਸਿਕਿਉਰ ਹੋ ਗਈਆਂ। By backing Hindu revivalism among those living abroad, Modi seems to have instigated the Sikh diaspora to mobilize again to promote a separate Sikh identity and demand a separate homeland. ਸਾਨੂੰ ਵੈਸੇ ਨਹੀਂ ਫਰਕ ਪੈਂਦਾ ਬਟ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਸਿੱਖ ਕੌਮ ਦਾ ਵੀ ਸਾਨੂੰ ਗੁੱਝੀ ਸਾਜ਼ਿਸ਼ ਜਾਂ ਗੁੱਝੇ ਹਮਲੇ ਦੀ ਸਮਝ ਨਹੀਂ ਹੁੰਦੀ, ਜਦੋਂ ਚੈਲੰਜ ਸਾਹਮਣੇ ਹੋਏ ਫਿਰ ਸਾਨੂੰ ਸਮਝ ਆਉਂਦੀ। ਸਾਡੇ ਪੰਜਾਬ ਦਾ ਹੀ ਕਰੈਕਟਰ ਹੈ ਮੇਰਾ ਖਿਆਲ ਹੈ ਕਿ ਵੀ ਜਦੋਂ ਤੱਕ ਸਾਹਮਣੇ ਦੁਸ਼ਮਣ ਨਾ ਆਗਾ ਚੱਕ ਲੋ ਡਾਂਗਾ ਵੀ ਆ ਗਏ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਜਦੋਂ ਸਿੱਧੀ ਹਿੰਦੂਤਵਾਦੀ ਆਈਡੀਓਲੋਜੀ ਸਾਹਮਣੇ ਆ ਗਈ ਹੈ ਤੇ ਉਹ ਤਬਕਾ ਵੀ ਜਿਹੜਾ ਪਹਿਲਾਂ ਲੱਗਦਾ ਸੀ ਕਿ ਸੈਕੂਲਰ ਇੰਡੀਆ ਉਹਦੇ ਨਾਲ ਕੋਈ ਵਰਕਆਊਟ ਕੀਤਾ ਜਾ ਸਕਦਾ ਹੈ, ਕੋਈ ਅਨੰਦਪੁਰ ਦਾ ਮਤਾ ਮੰਨਿਆ ਜਾਏ, ਪਾਵਰਸ ਮਿਲ ਜਾਣ, ਦੋ ਮਹਿਕਮੇ ਪਰ ਉਹ ਵੀ ਇਸ ਗੱਲ ਤੇ ਆ ਗਏ ਨੇ ਕਿ ਭਈ ਸਿੱਖ ਉੱਥੇ ਬਚਦੇ ਨਹੀਂ ਜੇ ਆਪਣਾ ਖਾਲਿਸਤਾਨ ਸਾਡਾ ਮੁਲਕ ਨਹੀਂ ਹੁੰਦਾ। ਫਿਰ ਉਹਨੇ ਕਿਹਾ ਕਿ ਭਈ ਇਨ ਦਾ 2017 ਇਲੈਕਸ਼ਨ ਇਨ ਪੰਜਾਬ a large number of Sikhs settled abroad came back to India to campaign for their favorite candidates, particularly of parties opposing BJP and its coalition partner Akali Dal. Diaspora usually enjoys a superior social status in Punjab. ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਭਾਵੇਂ
ਉਹਨਾਂ ਨੇ ਗਲਤ ਪਾਸੇ ਗਏ। ਜੀ ਪਰ ਜੇ ਅੱਜ ਅਕਾਲੀ ਦਲ ਮੇਨ ਵਿਰੋਧੀ ਧਿਰ ਨਹੀਂ ਹੈ ਪੰਜਾਬ ਅਸੈਂਬਲੀ 'ਚ, ਆਮ ਆਦਮੀ ਪਾਰਟੀ ਹੈ, ਤੇ ਇਹ ਡਾਇਸਪੋਰਾ ਸਿੱਖਾਂ ਦੀ ਬਦੌਲਤ ਹੈ ਜਿਨ੍ਹਾਂ ਨੇ ਫੰਡਸ ਵੀ ਕੈਂਪੇਨਿੰਗ ਵੀ ਕੀਤੀ। ਔਰ ਕੱਲ ਸਾਡੇ 9:30 ਤੋਂ 10 ਦੇ ਪ੍ਰੋਗਰਾਮ 'ਚ ਸੁਖਪਾਲ ਸਿੰਘ ਖਹਿਰਾ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ, ਜਿਹਦੇ 'ਚ ਉਹਨਾਂ ਨੇ ਖੁੱਲ੍ਹ ਕੇ ਜਿਹੜੇ ਬਹੁਤ ਸਾਰੇ ਕਿ ਹੋਇਆ 10 ਮਹੀਨੇ 'ਚ ਅਮਰਿੰਦਰ ਨੇ ਕੀ ਕੀਤਾ ਕੀ ਨਹੀਂ, ਉਸ ਤੇ ਗੱਲਬਾਤ ਹੋਈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਏਜੰਸੀਆਂ ਵੀ ਚੰਗੀ ਤਰ੍ਹਾਂ ਸਮਝਦੀਆਂ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਡਾਇਸਪੋਰਾ ਸਿੱਖਾਂ ਨੇ ਮੇਜਰ ਰੋਲ ਅਦਾ ਕੀਤਾ ਇਹਨਾਂ ਬਾਦਲਾਂ ਦਾ ਜਿਹੜਾ ਹੈ ਉੱਥੋਂ ਸੱਫ ਵਲੇਟਣ ਦੇ ਵਿੱਚ। ਬਿਲਕੁਲ। ਫਿਰ ਡਿਊ ਟੂ ਇਟਸ ਐਕਸੈਸ ਟੂ ਵੈਲਥ ਐਂਡ ਇਨਫੋਰਮੇਸ਼ਨ, NRI Sikh started hoping to influence not only the voting behavior of members from their community in Punjab, but also to recreate the support for secessionist movement। ਕਿ ਵੀ ਇਹੀ ਨਹੀਂ ਕਿ ਵੀ ਉਹਨਾਂ ਨੇ ਵੋਟਾਂ ਪਵਾਈਆਂ ਨੇ, ਉਹਨਾਂ ਨੇ ਆਪਣੀ ਜਿਹੜੀ ਹੈ ਮੂਵਮੈਂਟ ਵੀ ਆਜ਼ਾਦੀ ਦੀ ਉਸ ਨੂੰ ਵੀ ਮਜ਼ਬੂਤ ਕੀਤਾ ਹੈ। ਥਰੂ ਪਰਸਨਲ ਕਨੈਕਸ਼ਨਸ, ਟਰੈਵਲ ਐਂਡ ਯੂਜ਼ ਆਫ ਇਨਫੋਰਮੇਸ਼ਨ ਟੈਕਨੋਲੋਜੀ, the Sikh diaspora hope to reshape the political identity of the Sikhs and mobilize them again to support their struggle for a separate statehood। ਕਿ ਵੀ ਅੱਜ ਟੈਕਨੀਕਲ ਨੋ ਹੋ ਹੈ, ਪੈਸੇ ਵੀ ਹੈ, ਪਰਸਨਲ ਕਨੈਕਸ਼ਨਸ ਵੀ ਨੇ, ਸੋ ਇਹ ਸਾਰੀ ਮੂਵਮੈਂਟ ਨੂੰ ਇਗਨਾਈਟ ਕਰ ਰਹੇ ਨੇ। The Sikh diaspora has not only become a major actor in the homeland politics, it's also playing an active role in the politics of many host countries। ਇਹ ਹੁਣ ਦੂਜੀ ਸਟਰੈਂਥ ਵੀ ਇਹੀ ਨਹੀਂ ਕਿ ਡਾਇਸਪੋਰਾ ਸਿੱਖਾਂ ਨੇ ਪੰਜਾਬ ਦੇ ਵਿੱਚ ਆਪਣਾ ਸਟਰੋਂਗ ਫੁੱਟ ਹੋਲਡ ਬਣਾਇਆ ਹੈ ਔਰ ਪੂਰਾ ਉਹਨਾਂ ਦਾ ਇਨਫਲੂਐਂਸ ਹੈ, ਫਾਈਨੈਂਸ਼ੀਅਲ ਵੀ ਔਰ ਪਰਸਨਲ ਵੀ। ਵੈਸਟਰਨ ਕੰਟਰੀਜ਼ ਵੀ ਉਹਨਾਂ ਨੇ ਆਪਣੀ ਚੰਗੀ ਪੋਲੀਟੀਕਲੀ ਥਾਂ ਬਣਾਈ ਹੈ। ਗਰੋਇੰਗ ਨੰਬਰਸ and economic success has helped hardliner Sikhs to join active politics in many Western countries. In the UK election in June 2017, Sikh diaspora worked overtime to get a turban-wearing MP elected, and the British Parliament in the British Parliament for the first time. 4 Sikhs are now in Canada's cabinet, and according to Chief Minister of Punjab Amrinder Singh, they are all Khalistani sympathizers। ਹੁਣ ਅਮਰਿੰਦਰ ਨੂੰ ਕੋਟ ਕਰ ਰਿਹਾ ਕਿ 4 ਖਾਲਿਸਤਾਨੀ ਮਿਨਿਸਟਰ ਕੈਨੇਡਾ 'ਚ ਬਣ ਗਏ, UK 'ਚ ਪੱਗ ਵਾਲਾ ਇੱਕ ਸਿੱਖ ਬਣਿਆ। ਬੀਬੀ ਦੀ ਗੱਲ ਨਹੀਂ ਕੀਤੀ ਕਿ ਪ੍ਰੀਤ ਕੌਰ ਗਿੱਲ ਉਹ ਵੀ ਸ਼ੈਡੋ ਮਿਨਿਸਟਰ ਬਣੀ ਹੈ। ਇਹ ਤਾਂ ਜਿਹੜੀਆਂ ਇਹੀ ਨੇ ਵੀ 4 ਇਧਰ ਮਿਨਿਸਟਰ ਬਣੇ ਨੇ, ਅੱਜ 2 ਸਿੱਖ ਬੀਬੀਆਂ ਵੀ ਜਿਹੜੀਆਂ ਨੇ ਉਹ ਇੱਕ ਫੁੱਲ ਫਲੈਜ ਮਿਨਿਸਟਰ ਓਨਟਾਰੀਓ 'ਚ, ਇੱਕ ਸਾਰੇ UK ਦੀ ਜਿਹੜੀ ਹੈ ਸ਼ੈਡੋ ਮਿਨਿਸਟਰ ਲੇਬਰ ਪਾਰਟੀ 'ਚ, ਔਰ ਬੜੀ ਵੋਕਲ ਹੈ ਉਹਨੇ ਹਾਊਸ ਆਫ ਕਾਮਨ ਜਦੋਂ ਬੋਲਣ ਲਈ ਖਲੋਂਦੀ ਹੈ ਉਹ ਧਿਆਨ ਦਿੱਤਾ ਜਾ, ਫਸਟ ਟਾਈਮ ਹੈ ਉਹਦਾ MP ਹੋਣਾ, ਲੇਕਿਨ ਵੈਰੀ ਆਰਟੀਕੂਲੇਟ। A Sikh legislator in Ontario has successfully managed to get the support of the House to recognize 1984 anti-Sikh riots following the assassination of Indira Gandhi as genocide. A turban-wearing Sikh, Jagmeet Singh, is now the leader of New Democratic Party of Canada and potential prime ministerial candidate in his country. Sikhs in Canada accuse RSS of doing all it can to sabotage Jagmeet's election as a party leader। बिल्कुल ठीक है। और ਹੁਣ ਤਾਂ ਜਗਮੀਤ ਸਿੰਘ ਦੀ ਮੰਗਣੀ ਵੀ ਹੋ ਗਈ, ਬਹੁਤ ਜਲਦੀ ਉਹਨੇ ਵਿਆਹ ਵੀ ਕਰਨਾ, ਔਰ ਇਹ ਵੀ ਖਬਰਾਂ 'ਚ ਤਾਂ ਰਹਿੰਦਾ ਹੈ ਸਟਾਈਲਿਸ਼ ਮੈਨ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ NDP ਤੀਸਰੀ ਵੱਡੀ ਪਾਰਟੀ ਤੱਕ ਪਹੁੰਚਣਾ, ਲੀਡਰ ਬਣਨਾ, ਇਹ ਆਪਣੇ ਆਪ 'ਚ ਹੀ ਅਚੀਵਮੈਂਟ ਹੈ। ਔਰ ਆਰਟੀਕਲ ਹੁਣ ਕਲੋਜ਼ਿੰਗ ਵੱਲ ਜਾ ਰਿਹਾ। There has been an increased lobbying by the Sikh diaspora in the US Congress to declare the 1984 anti-Sikh riot as genocide. There is a growing campaign by Sikh organizations existing abroad to amend Article 25(2)(b) of the Indian Constitution, which declares Sikhs, Jains and Buddhists as part of Hinduism. There are reports that Sikh and Kashmiri militants living in Europe have revived their ties। ਉਹਦੇ 'ਚ ਉਹਨੇ ਹੁਣ ਅਮਰੀਕਾ ਦੀ ਗੱਲ ਕੀਤੀ ਕਿ ਬੜੀ ਸਟਰੋਂਗ ਲੌਬੀ ਹੈ ਵਾਈਟ ਹਾਊਸ ਦੇ ਨਾਲ ਵੀ। ਵੈਸੇ ਸਿੱਖ ਕਾਂਗਰੈਸ਼ਨਲ ਕਾਕਸ ਦੀ ਗੱਲ ਨਹੀਂ ਕੀਤੀ, ਪਰ ਜ਼ਾਹਰ ਹੈ ਕਿ ਵੀ 25-20 ਨੂੰ ਤੋੜੋ। ਔਰ ਇੱਥੇ ਫਿਰ ਹੁਣ ਆਪਣੀ ਉਹ ਜਿਹੜੀ ਥੋੜੀ ਜਿਹੀ ਸ਼ਰਾਰਤ ਵੀ ਹੁੰਦੀ ਹੈ। ਠੀਕ ਹੈ, ਸਿੱਖ ਕਸ਼ਮੀਰੀ ਉੱਥੇ ਵੀ ਇੱਥੇ ਵੀ ਅਸੀਂ ਟੁਗੈਦਰ ਹੈ, ਪਰ ਇਹਦਾ ਮਿਲੀਟੈਂਸੀ ਨਾਲ ਕੋਈ ਤਾਲੁਕ ਨਹੀਂ ਹੈ। ਇਹ ਵੀ ਉਹਨਾਂ ਦੇ ਵੀ ਭਾਰਤੀ ਗਲਬੇ 'ਚੋਂ ਆਜ਼ਾਦ ਹੋਣਾ ਚਾਹੁੰਦੇ ਨੇ ਔਰ ਅਸੀਂ ਵੀ। ਸੋ ਅਸੀਂ ਜ਼ੁਲਮ ਜਿਹੜਾ ਹੈ ਉਹ ਕੋ ਸਲੇਵ ਹੈ ਉਹਨਾਂ ਦੇ ਨਕਸ਼ੇ 'ਚ, ਇਸ ਲਈ ਟੁਗੈਦਰਨੈਸ। ਅਖੀਰਲਾ ਪੈਰਾਗ੍ਰਾਫ, the idea for an independent Sikh state is being reignited not from the people or political parties of Punjab but by Sikh expatriates। ਹੁਣ ਰੀਇਗਨਾਈਟ
ਉੱਥੇ ਤਾਂ ਤੁਸੀਂ ਲੱਖ 1.5 ਲੱਖ ਮਾਰ ਦਿੱਤਾ ਹੈ, ਬੋਲਣ ਦਿੰਦੇ ਨਹੀਂ, 47 ਮੁੰਡੇ ਚੁੱਕੇ ਹੋਏ ਨੇ ਪਿਛਲੇ 2 ਮਹੀਨਿਆਂ 'ਚ। ਤੁਸੀਂ ਕਿਵੇਂ ਕਹਿੰਦੇ ਹੋ ਵੀ ਉਹਨਾਂ ਲੋ, ਔਰ ਇਹ ਜਿਹੜਾ ਰੀਇਗਨਾਈਟ ਵੀ ਨਹੀਂ ਹੈ, ਇਹ ਗੱਲ ਇਹੀ ਹੈ ਕਿ ਇਹ ਜਿਹੜੀ ਗੱਲ ਆਜ਼ਾਦੀ ਦੀ ਅੱਗ ਹੈ, ਇੱਥੇ ਵੀ ਹੈ ਉੱਥੇ ਵੀ ਹੈ। ਉੱਥੇ ਤੁਸੀਂ ਉਸ ਨੂੰ ਦਬਾਇਆ ਹੋਇਆ ਹੈ ਸਵਾਹ ਦੇ ਥੱਲੇ, ਇੱਥੇ ਜਿਹੜੀ ਹੈ ਉਹ ਭਾਂਬੜ ਬਣ ਗਈ ਹੈ। ਇੰਨਾ ਕੁ ਫਰਕ ਹੈ। The politics of one nation, one religion and one leader by Hindutva nationalistic forces have provided the Sikh diaspora an opportunity to once again mobilize support at home and for the cause of Khalistan. India needs to do something before it gets too late. RSS or no RSS, Mr. Ashok, thank you, ਤੁਸੀਂ relatively balanced write up ਦਿੱਤਾ, ਪਰ ਇਹਨੂੰ ਸਿਰਫ ਇਹ ਜੋੜਨਾ ਕਿ RSS ਆ ਗਿਆ ਇਸ ਲਈ ਸਾਡੀ ਮੂਵਮੈਂਟ, ਅਸੀਂ ਜੂਨ 84 ਤੋਂ ਬਾਅਦ ਡਿਕਲੇਅਰ ਕੀਤਾ ਹੋਇਆ ਕਿ ਦਰਿਆ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਤੁਹਾਡੇ ਇੰਡੀਅਨ ਆਰਮੀ ਜੈਕਬੂਟ ਤੋਂ ਲਿਬਰੇਟ ਕਰਵਾਣਾ, ਔਰ ਇਸ ਵੇਲੇ ਡਾਇਸਪੋਰਾ ਸਿੱਖ ਇੱਕ ਪਾਵਰ ਬਣ ਕੇ ਜਿਹੜਾ ਉਸ ਪਾਸੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਅੱਗੇ ਵਧੇ। ਸੋ ਇਹ ਅੱਜ ਦਾ ਸਾਡਾ ਪਹਿਲਾ ਇਸ਼ੂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ, ਵੀਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਨਾ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।